ਇਹ ਵੀਡੀਓ ਗੁਰਮੁਖੀ ਵਰਣਮਾਲਾ ਵਿਚਲੇ ਦੁੱਤ ਅੱਖਰਾਂ ਤੇ ਉਹਨਾਂ ਦੀ ਵਰਤੋਂ ਬਾਰੇ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਆਰੰਭ ਦੇ ਵਿੱਚ ਵਰਣਮਾਲਾ ਦੇ 35 ਅੱਖਰ ਸਨ, ਭਾਵ ਗੁਰਮੁਖੀ ਵਰਣਮਾਲਾ ਦੇ ਕੇਵਲ 35 ਅੱਖਰ ਸਨ। ਊੜਾ ਤੋਂ ਵਰਣਮਾਲਾ ਆਰੰਭ ਹੁੰਦੀ ਸੀ ਤੇ ੜਾੜਾ ਤੇ ਖਤਮ ਹੁੰਦੀ ਸੀ। ਉਸ ਤੋਂ ਬਾਅਦ 5 ਚਿੰਨ੍ਹ ਹੋਰ ਸ਼ਾਮਲ ਕੀਤੇ ਗਏ: ਸ਼, ਹ, ਗ, ਜ਼ ਤੇ ਫ। ਸ਼ ਜੋ ਹੈ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਜਿਸ ਨੂੰ ਬਣਾਇਆ ਗਿਆ, ਇਹ ਹਿੰਦੀ, ਸੰਸਕ੍ਰਿਤ, ਉਰਦੂ ਤੇ ਫਾਰਸੀ ਧੁਨੀਆਂ ਨੂੰ ਪ੍ਰਗਟਾਉਣ ਦੇ ਲਈ ਇਹ ਚਿੰਨ੍ਹ ਬਣਾਇਆ ਗਿਆ। ਫਿਰ ਹ, ਗ, ਜ਼ ਤੇ ਫ, ਇਹ ਨਿਰੋਲ ਉਰਦੂ ਫਾਰਸੀ ਤੋਂ ਲਏ ਗਏ ਸ਼ਬਦਾਂ ਨੂੰ ਪ੍ਰਗਟਾਉਣ ਦੇ ਲਈ ਇਹ ਚਿੰਨ੍ਹ ਬਣਾਏ ਗਏ। ਭਾਵ ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਖ, ਗੱਗੇ ਦੇ ਪੈਰ 'ਚ ਬਿੰਦੀ ਲਾ ਕੇ ਗ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਜ਼ ਤੇ ਫੱਫੇ ਦੇ ਪੈਰ 'ਚ ਬਿੰਦੀ ਲਾ ਕੇ ਫ ਬਣਾਏ ਗਏ। ਇਸ ਤਰ੍ਹਾਂ ਵਰਣਮਾਲਾ ਦੀ ਗਿਣਤੀ ਹੋ ਗਈ 40। ਉਸ ਤੋਂ ਬਾਅਦ ੜ, ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਇੱਕ ਚਿੰਨ੍ਹ ਹੋਰ ਸ਼ਾਮਲ ਕੀਤਾ ਗਿਆ, ਜੋ ਨਿਰੋਲ ਪੰਜਾਬੀ ਦੇ ਜੋ ਸ਼ਬਦ ਸੀ ਉਹਨਾਂ ਦੇ ਸਹੀ ਉਚਾਰਨ ਨੂੰ ਦਰਸਾਉਣ ਦੇ ਲਈ ਸ਼ਾਮਲ ਕੀਤਾ ਗਿਆ। ਭਾਵ ਜਿਸ ਢੰਗ ਨਾਲ ਅਸੀਂ ਬੋਲ ਰਹੇ ਸੀ ਉਹਨਾਂ ਨੂੰ, ਉਸੇ ਢੰਗ ਨਾਲ ਉਹਨਾਂ ਨੂੰ ਲਿਖਤ ਰੂਪ 'ਚ ਪ੍ਰਗਟਾਉਣ ਦੇ ਲਈ ਸ਼ਾਮਲ ਕੀਤਾ ਗਿਆ। ਗੁਰਮੁਖੀ ਵਰਣਮਾਲਾ ਦਾ ਉਚਾਰਨ ਅਤੇ ਅੱਖਰਾਂ ਨੂੰ ਲਿਖਣ ਦੇ ਢੰਗ ਨੂੰ ਸਮਝਣ ਲਈ ਤੁਸੀਂ ਵਰਣਮਾਲਾ ਦਾ ਭਾਗ 1 ਤੋਂ ਭਾਗ 6 ਤੱਕ ਵੇਖੋ, ਜਿੱਥੇ ਸਾਰੇ ਚਿੰਨ੍ਹਾਂ ਨੂੰ ਲਿਖਣ ਦਾ ਢੰਗ ਅਤੇ ਉਹਨਾਂ ਦਾ ਉਚਾਰਨ ਦੱਸਿਆ ਗਿਆ ਹੈ। ਸੋ ਇਹਨੇ ਵਰਣਮਾਲਾ ਦੇ 41 ਅੱਖਰ। ਫਿਰ ਇਹ ਹੈ ਕਿ ਦੁੱਤ ਅੱਖਰ ਕੀ ਹਨ। ਸਾਡੇ ਕੋਲ ਦੁੱਤ ਅੱਖਰ 3 ਹਨ: ਹਾਹਾ, ਰਾਰਾ ਤੇ ਵਾਵਾ। ਦੁੱਤ ਅੱਖਰਾਂ ਦਾ ਸਰੂਪ ਇਹ ਹੈ, ਹਾਹਾ ਦਾ ਸਰੂਪ ਇਹ ਹੈ, ਰਾਰਾ ਦਾ ਇਹ ਹੈ ਤੇ ਵਾਵਾ ਦਾ ਇਹ ਹੈ। ਆਓ ਹੁਣ ਸਮਝਦੇ ਹਾਂ ਕਿ ਇਹਨਾਂ ਚਿੰਨ੍ਹਾਂ ਨੂੰ ਜਦੋਂ ਅਸੀਂ ਵਰਤਦੇ ਹਾਂ ਜਾਂ ਲਿਖਦੇ ਹਾਂ ਤਾਂ ਇਹਨਾਂ ਦਾ ਸਰੂਪ ਕੀ ਬਣਦਾ ਹੈ ਤੇ ਇਹ ਦੂਜੇ ਅੱਖਰ ਦੇ ਥੱਲੇ ਕਿਸ ਤਰ੍ਹਾਂ ਆਉਂਦੇ ਹਨ। ਦੁੱਤ ਅੱਖਰ ਹਮੇਸ਼ਾ ਅੱਖਰ ਦੇ ਥੱਲੇ ਲੱਗਦੇ ਹਨ ਦੂਜੇ ਅੱਖਰਾਂ ਦੇ। ਆਓ ਵੇਖਦੇ ਹਾਂ ਇਹਨਾਂ ਦੇ ਉਦਾਹਰਨ। ਦੁੱਤ ਅੱਖਰਾਂ ਦੀ ਵਰਤੋਂ: ਪੈਰ ਦੇ ਵਿੱਚ ਹਾਹਾ ਕਿਵੇਂ ਲੱਗਦਾ ਹੈ, ਪੈਰ ਦੇ ਵਿੱਚ ਰਾਰਾ ਕਿਵੇਂ ਲੱਗਦਾ ਹੈ ਤੇ ਪੈਰ ਦੇ ਵਿੱਚ ਵਾਵਾ ਕਿਵੇਂ ਲੱਗਦਾ ਹੈ। ਆਓ ਵੇਖਦੇ ਹਾਂ। ਪੈਰ ਹਾਹਾ। ਪੈਰ ਹਾਹਾ ਦੀ ਵਰਤੋਂ, ਜਿਸ ਦਾ ਕਿ ਸਰੂਪ ਇਹ ਵਾਲਾ ਬਣ ਜਾਂਦਾ ਹੈ। ਇਸ ਨੂੰ ਲਿਖਣ ਦਾ ਢੰਗ ਇਹ ਹੈ ਕਿ ਅਸੀਂ ਇੱਥੋਂ ਸ਼ੁਰੂ ਕਰਨਾ ਹੈ, 1 ਇਸ ਤਰ੍ਹਾਂ ਘੁੰਮਦੇ ਹੋਏ 2 3 ਇੱਥੇ ਆ ਕੇ ਇਹ ਸੰਪੂਰਨ ਹੋ ਜਾਂਦਾ ਹੈ। ਅਸਲ 'ਚ ਪੈਰ ਦੇ ਵਿੱਚ ਹਾਹਾ ਕਿਉਂ ਲਗਾਇਆ ਜਾਂਦਾ ਹੈ? ਜਿੱਥੇ ਦੂਜੇ ਚਿੰਨ੍ਹ ਦੇ ਨਾਲ ਹਾਹਾ ਦੀ ਆਵਾਜ਼ ਵਿੱਚ ਸ਼ਾਮਿਲ ਹੋ ਕੇ ਆ ਰਹੀ ਹੈ, ਉੱਥੇ ਹਾਹਾ ਨੂੰ ਲਗਾਇਆ ਜਾਂਦਾ ਹੈ ਪੈਰ ਦੇ ਵਿੱਚ। ਦੁਬਾਰਾ ਸਮਝ ਲਓ ਕਿ ਜਿਸ ਚਿੰਨ੍ਹ ਦੇ ਨਾਲ ਹਾਹਾ ਦੀ ਆਵਾਜ਼ ਸ਼ਾਮਿਲ ਹੋ ਕੇ ਆ ਰਹੀ ਹੈ, ਉਸ ਚਿੰਨ੍ਹ ਦੇ ਥੱਲੇ ਹਾਹਾ ਨੂੰ ਲਗਾਇਆ ਜਾਂਦਾ ਹੈ ਤੇ ਇਸ ਸਰੂਪ ਦੇ ਵਿੱਚ ਇਹ ਲੱਗਦਾ ਹੈ। ਜਿਵੇਂ ਰੇੜੀ, ਆਲ੍ਹਣਾ। ਰੇੜੀ ਦੇ ਵਿੱਚ ੜਾੜਾ ਦੇ ਨਾਲ ਹਾਹਾ ਦੀ ਆਵਾਜ਼ ਸ਼ਾਮਿਲ ਹੋ ਕੇ ਆ ਰਹੀ ਹੈ, ਆਲ੍ਹਣਾ ਦੇ ਵਿੱਚ ਲੱਲਾ ਦੇ ਨਾਲ, ਬੰਨ ਦੇ ਵਿੱਚ ਨੰਨਾ ਦੇ ਨਾਲ ਸ਼ਾਮਿਲ ਹੋ ਕੇ ਹਾਹਾ ਦੀ ਆਵਾਜ਼ ਆ ਰਹੀ ਹੈ, ਜੜ ਦੇ ਵਿੱਚ ੜਾੜਾ ਦੇ ਨਾਲ, ਕਿਲੇ ਦੇ ਵਿੱਚ ਲੱਲਾ ਦੇ ਨਾਲ। ਆਓ ਕੁਝ ਹੋਰ ਸ਼ਬਦ ਦੇਖਦੇ ਹਾਂ। ਚੰਡੀਗੜ੍ਹ, ਪੜ੍ਹਾਈ, ਜੇਲ੍ਹ, ਹੜ੍ਹ, ਆਲ੍ਹਣਾ, ਜਮ੍ਹਾਂ, 12ਵੀਂ। ਸੋ ਜ਼ਿਆਦਾਤਰ ਜੋ ਵਰਤੋਂ ਹੈ ਪੈਰ 'ਚ ਹਾਹਾ ਦੀ, ੜਾੜਾ, ਲੱਲਾ, ਨੰਨਾ, ਮੰਮਾ, ਰਾਰਾ, ਇਹਨਾਂ ਨਾਲ ਹੁੰਦੀ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਅੱਖਰਾਂ ਦੇ ਨਾਲ ਪੈਰ ਦੇ ਵਿੱਚ ਹਾਹਾ ਦੀ ਵਰਤੋਂ ਸਾਨੂੰ ਮਿਲ ਜਾਂਦੀ ਹੈ। ਹੁਣ
ਸਮਝਦੇ ਹਾਂ ਕਿ ਪੈਰ 'ਚ ਹਾਹਾ ਲੱਗਣ ਦੇ ਨਾਲ ਕਿਵੇਂ ਜੋ ਉਚਾਰਨ ਦਾ ਸਰੂਪ ਹੈ ਉਹ ਬਦਲ ਜਾਂਦਾ ਹੈ। ਇਹ ਸ਼ਬਦ ਹੈ ਰੇੜੀ, ਇਹ ਹੋ ਗਿਆ ਰੇੜੀ, ਪੈਰ 'ਚ ਹਾਹਾ ਲੱਗ ਗਿਆ। ਫੜ, ਫੜ, ਫੜ ਮਤਲਬ ਕਿਸੇ ਨੂੰ ਪਕੜਨਾ। ਫੜ ਜ਼ਰੂਰਤ ਤੋਂ ਜ਼ਿਆਦਾ ਗੱਲ ਨੂੰ ਵਧਾ ਚੜਾ ਕੇ ਦੱਸਣਾ, ਫੜ ਮਾਰਨੀ ਜਿਵੇਂ ਕਹਿੰਦੇ ਨੇ। ਫਿਰ ਸ਼ਾਨ, ਸਾਨ, ਸੰਨ, ਸੰਨ, ਸੰਨ ਮਤਲਬ ਸਾਲ ਲਈ ਵਰਤਿਆ ਜਾਂਦਾ ਹੈ। ਤੇ ਸੰਨ ਚੋਰੀ ਕਰਨਾ, ਪਾੜ ਪਾਉਣਾ। ਬੰਨ, ਬੰਨ, ਮਨਾ, ਮਨਾ। ਗੁੰਨ, ਗੁੰਨ, ਗੁੰਨ ਮਤਲਬ ਜਿਵੇਂ ਆਟਾ ਗੁੰਨਣਾ, ਤੇ ਗੁੰਨ ਆਪਾਂ ਕਹਿੰਦੇ ਵੀ ਚੁੱਪਚਾਪ ਬੈਠਾ ਹੈ, ਗੁੰਨਮੱਟ ਬਣ ਕੇ ਬੈਠਾ ਹੈ। ਕਿੱਲੇ, ਕਿਲੇ। ਜੜ, ਜੜ, ਜੜ ਮਤਲਬ ਕਿਸੇ ਚੀਜ਼ ਨੂੰ ਜੜਨਾ, ਲਗਾਉਣਾ। ਜੜ ਜਿਵੇਂ ਪਹਿਲਾਂ ਵੀ ਅਸੀਂ ਦੇਖ ਆਏ ਹਾਂ, ਦਰਖਤ ਦਾ ਉਹ ਹਿੱਸਾ ਜੋ ਧਰਤੀ ਦੇ ਵਿੱਚ ਰਹਿੰਦਾ ਹੈ, ਜੜ। ਫਿਰ ਪੜ, ਪੜ। ਸੋ ਇਸ ਤਰ੍ਹਾਂ ਪੈਰ ਦੇ ਵਿੱਚ ਹਾਹਾ ਜਦੋਂ ਲਗਾ ਰਹੇ ਹਾਂ ਤਾਂ ਉਸਦਾ ਉਚਾਰਨ ਬਦਲ ਜਾਂਦਾ ਹੈ। ਸੋ ਸ਼ਬਦਾਂ ਦੇ ਸਹੀ ਉਚਾਰਨ ਦੇ ਲਈ ਜਿੱਥੇ ਹਾਹਾ ਦੀ ਆਵਾਜ਼ ਦੂਜੇ ਚਿੰਨ੍ਹ ਦੇ ਵਿੱਚ ਸਮਾ ਕੇ ਆ ਰਹੀ ਹੈ, ਉੱਥੇ ਅਸੀਂ ਹਾਹਾ ਦੀ ਵਰਤੋਂ ਪੈਰ ਦੇ ਵਿੱਚ ਕਰ ਰਹੇ ਹਾਂ। ਪੈਰ ਰਾਰਾ, ਪੈਰ ਰਾਰਾ ਦੀ ਵਰਤੋਂ, ਪੈਰ ਰਾਰਾ ਦਾ ਜੋ ਸਰੂਪ ਹੈ ਉਹ ਇਹ ਵਾਲਾ ਹੋ ਜਾਂਦਾ ਹੈ ਕਿ ਦੂਜੇ ਅੱਖਰ ਦੇ ਨਾਲ ਅਸੀਂ ਇੱਥੋਂ ਸ਼ੁਰੂ ਕਰਨਾ, ਮਿਲਾ ਕੇ ਇੱਥੋਂ 2 ਤੇ ਇੱਥੋਂ 3, ਇਸ ਤਰ੍ਹਾਂ ਹੋ ਜਾਂਦਾ ਹੈ ਜਿੱਥੇ ਵੀ ਤੁਹਾਨੂੰ ਨਜ਼ਰ ਆ ਰਿਹਾ। ਸੋ ਪੰਜਾਬੀ ਦੇ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜੋ ਪੈਰ ਦੇ ਵਿੱਚ ਰਾਰਾ ਪਾ ਕੇ ਲਿਖੇ ਜਾਂਦੇ ਹਨ, ਜਿਵੇਂ ਪ੍ਰਸ਼ਨ, ਬ੍ਰਹਮ, ਸ੍ਰੀ, ਟਰਾਮਾ, ਤ੍ਰੀਮਤ, ਦਰਵ, ਦਰਵਣਸ਼ੀਲ, ਦ੍ਰਿਸ਼। ਪ੍ਰਸ਼ਨ ਦੁਬਾਰਾ ਆ ਗਿਆ। ਸ਼੍ਰੇਣੀ, ਸ੍ਰਿਸ਼ਟੀ, ਦ੍ਰਿਸ਼ਟੀ, ਪ੍ਰਤੀ, ਵ੍ਰਿद्धੀ, ਪ੍ਰਕਾਸ਼, ਪ੍ਰਬੰਧ। ਹੁਣ ਸਾਡੇ ਕੋਲ ਕੁਝ ਹੋਰ ਸ਼ਬਦ ਹਨ ਜੋ ਇਹਨਾਂ ਦੋਨੋਂ ਸਰੂਪ ਦੇ ਵਿੱਚ ਲਿਖੇ ਜਾਂਦੇ ਹਨ, ਜਿਵੇਂ ਕਿਰਤੀ, ਪੂਰਾ ਰਾਰਾ ਪਾ ਕੇ ਕਿਰਤੀ, ਕ੍ਰਿਤੀ, ਪੈਰ 'ਚ ਰਾਰਾ ਪੈ ਗਿਆ। ਕਰਮ, ਕੱਕਾ ਰਾਰਾ ਤੇ ਮੰਮਾ, ਫਿਰ ਰਾਰਾ ਪੈਰ 'ਚ ਪੈ ਗਿਆ ਕਰਮ। ਫਿਰ ਪ੍ਰਸਾਦ, ਪੱਪਾ ਪੈਰ 'ਚ ਰਾਰਾ ਪੈ ਕੇ ਸੱਸੇ ਨੂੰ ਕੰਨਾ ਦੱਦਾ ਪ੍ਰਸਾਦ, ਤੇ ਪੱਪਾ ਰਾਰਾ ਸੱਸੇ ਦੇ ਪੈਰ 'ਚ ਬਿੰਦੀ ਕੰਨਾ ਦੱਦਾ ਪ੍ਰਸ਼ਾਦ। ਫਰੇਮ, ਫਰੇਮ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਫੱਫੇ ਦੇ ਪੈਰ 'ਚ ਬਿੰਦੀ, ਰਾਰੇ ਨੂੰ ਲਾਵਾਂ ਮੰਮਾ। ਫਿਰ ਅਗਲਾ ਸਰੂਪ ਹੈ ਕਿ ਫੱਫੇ ਦੇ ਪੈਰ 'ਚ ਬਿੰਦੀ, ਪੈਰ 'ਚ ਰਾਰਾ, ਫੱਫੇ ਨੂੰ ਲਾਵਾਂ ਤੇ ਮੰਮਾ, ਫਰੇਮ। ਇਹ ਹੈ ਫਰੇਮ, ਫਰੇਮ। ਫਿਰ ਪ੍ਰੀਖਿਆ, ਪੱਪੇ ਦੇ ਪੈਰ 'ਚ ਰਾਰਾ, ਪੱਪੇ ਨੂੰ ਬਿਹਾਰੀ, ਖੱਖੇ ਨੂੰ ਸਿਹਾਰੀ, ਆੜੇ ਨੂੰ ਕੰਨਾ, ਪ੍ਰੀਖਿਆ। ਇਹ ਹੈ ਪ੍ਰੀਖਿਆ। ਸੋ ਇਹ ਜੋ 10 ਸ਼ਬਦ ਲਿਖੇ ਹੋਏ ਹਨ, ਇਹਨਾਂ ਦੇ ਸਾਨੂੰ ਇਹ ਸਰੂਪ ਦੇਖਣ ਨੂੰ ਮਿਲਦੇ ਹਨ। ਹੁਣ ਦੇਖਦੇ ਹਾਂ ਕਿ ਇਹਨਾਂ 'ਚੋਂ ਸਹੀ ਕਿਹੜਾ-ਕਿਹੜਾ ਹੈ। ਕਿਰਤੀ ਵੀ ਸਹੀ ਹੈ, ਕ੍ਰਿਤੀ ਵੀ ਸਹੀ ਹੈ, ਕਰਮ ਵੀ ਸਹੀ ਹੈ ਤੇ ਕ੍ਰਮ ਵੀ ਸਹੀ ਹੈ, ਪ੍ਰਸਾਦ ਵੀ ਸਹੀ ਹੈ, ਪ੍ਰਸ਼ਾਦ ਵੀ ਸਹੀ ਹੈ, ਫਰੇਮ ਤੇ ਪ੍ਰੀਖਿਆ ਦੇ ਇਹ ਵਾਲੇ ਰੂਪ ਸਹੀ ਹਨ। ਸੋ ਫਰੇਮ ਤੇ ਪ੍ਰੀਖਿਆ ਦੇ ਵਾਲੇ ਰੂਪ ਸਹੀ ਹਨ, ਭਾਵ ਕਿ ਜਦੋਂ ਅਸੀਂ ਫਰੇਮ ਨੂੰ ਲਿਖਣਾ ਹੈ ਤਾਂ ਫੱਫੇ ਦੇ ਪੈਰ 'ਚ ਰਾਰਾ ਪਏਗਾ ਤੇ ਪ੍ਰੀਖਿਆ ਦੇ ਵਿੱਚ ਰਾਰਾ ਪੂਰਾ ਪਏਗਾ। ਸੋ ਫਿਰ ਇਹ ਕਿਉਂ ਸਾਰੇ ਹੀ ਸਹੀ ਹਨ, ਜਦੋਂ ਕਿ ਇਹਨਾਂ 'ਚੋਂ ਇਹ 2 ਗਲਤ ਹਨ, ਇਹ ਸਹੀ ਹਨ। ਆਓ ਸਮਝਦੇ ਹਾਂ, ਇਹਨੂੰ ਵਿਸਥਾਰ 'ਚ ਸਮਝਦੇ ਹਾਂ ਕਿ ਹੈ ਕੀ। ਅਸਲ 'ਚ ਜੋ ਕਿਰਤੀ ਜਦੋਂ ਅਸੀਂ ਰਾਰਾ ਪੂਰਾ ਪਾ ਰਹੇ ਹਾਂ ਤਾਂ ਉਹ ਕਾਮਾਂ ਲਈ ਹੋ ਗਿਆ, ਕੰਮ ਕਰਨ ਵਾਲਾ ਬੰਦਾ, ਤੇ ਕ੍ਰਿਤੀ ਰਚਨਾ ਲਈ ਵਰਤਿਆ ਜਾਂਦਾ ਹੈ। ਕਰਮ ਕਾਰਜ ਲਈ, ਕ੍ਰਮ ਤਰਤੀਬ ਲਈ, ਪ੍ਰਸਾਦ ਕਿਰਪਾ ਲਈ, ਤੇ ਪੂਰਾ ਰਾਰਾ ਪਾ ਕੇ ਪ੍ਰਸ਼ਾਦ ਕੜਾਹ ਪ੍ਰਸ਼ਾਦ ਦੇ ਲਈ। ਪ੍ਰੀਖਿਆ ਤੇ ਫਰੇਮ ਦੇ ਇਹ ਵਾਲੇ ਰੂਪ ਪ੍ਰਚਲਿਤ ਹਨ।
ਸੋ ਇਹ ਹੈ ਕਿ ਬਹੁਤ ਸਾਰੇ ਸ਼ਬਦਾਂ ਨੂੰ ਅਸੀਂ ਦੇਖਦੇ ਹਾਂ ਕਿ ਜਦੋਂ ਪੈਰ ਦੇ ਵਿੱਚ ਰਾਰਾ ਪੈ ਰਿਹਾ ਹੈ ਤਾਂ ਉਸ ਦੇ ਅਰਥ ਜੋ ਹਨ ਉਹ ਬਦਲ ਰਹੇ ਹਨ। ਕਈ ਸ਼ਬਦਾਂ ਦਾ ਤਾਂ ਇਹ ਹੈ ਕਿ ਪੈਰ 'ਚ ਰਾਰਾ ਪੈਣ ਨਾਲ ਜਾਂ ਪੂਰਾ ਪੈਣ ਨਾਲ ਉਸ ਦਾ ਜੋ ਸ਼ਬਦ ਜੋੜ ਹੈ ਉਹ ਸਹੀ ਸਰੂਪ ਦੇ ਵਿੱਚ ਆ ਰਿਹਾ ਹੈ ਅਤੇ ਕਈ ਸ਼ਬਦ ਅਜਿਹੇ ਹਨ ਜਦੋਂ ਪੈਰ 'ਚ ਰਾਰਾ ਪੈਣ ਨਾਲ ਉਸ ਦਾ ਸਰੂਪ ਜਦੋਂ ਬਦਲ ਰਿਹਾ ਤਾਂ ਉਸਦੇ ਅਰਥ ਵੀ ਬਦਲ ਰਹੇ ਹਨ ਅਤੇ ਰਾਰਾ ਪੂਰਾ ਪੈਣ ਨਾਲ ਉਸਦੇ ਅਰਥ ਹੋਰ ਹੋ ਰਹੇ ਹਨ। ਪੈਰ ਵਾਵਾ ਦੀ ਵਰਤੋਂ। ਹੁਣ ਦੇਖਦੇ ਹਾਂ ਕਿ ਪੈਰ ਦੇ ਵਿੱਚ ਵਾਵਾ ਦਾ ਸਰੂਪ ਕੀ ਰਹਿੰਦਾ ਹੈ। ਇਹ ਵਾਲਾ ਸਰੂਪ ਰਹਿੰਦਾ ਹੈ ਜਦੋਂ ਅਸੀਂ ਅੱਖਰ ਦੇ ਥੱਲੇ ਇਹਨੂੰ ਪਾਉਣਾ ਹੈ 1 2 ਇੱਦਾਂ ਆਏ 3 4 ਤੋਂ ਵਾਪਸ ਮੁੜੇ 5 6 ਥੱਲੇ ਨੂੰ 7 ਇੱਥੇ ਆ ਗਈ, ਸਾਡਾ ਚਿੰਨ੍ਹ ਪੂਰਾ ਬਣ ਗਿਆ। ਸੋ ਬਹੁਤ ਸਾਰੇ ਅਜਿਹੇ ਸ਼ਬਦ ਹਨ ਪੰਜਾਬੀ ਦੇ ਵਿੱਚ ਜਿੱਥੇ ਪੈਰ ਦੇ ਵਿੱਚ ਵਾਵਾ ਪੈ ਕੇ ਹੀ ਉਹਨਾਂ ਦਾ ਜੋ ਸਰੂਪ ਹੈ ਉਹ ਸ਼ੁੱਧ ਬਣਦਾ ਹੈ। ਜਿਵੇਂ ਸਵੈਟਰ, ਪੈਰ 'ਚ ਵਾਵਾ ਪਿਆ ਹੋਇਆ। ਸਵਿੱਚ, ਇੱਥੇ ਵੀ ਸੱਸੇ ਦੇ ਪੈਰ 'ਚ ਵਾਵਾ ਹੈ, ਸੱਸੇ ਨੂੰ ਸਿਆਰੀ ਉੱਪਰ ਅੱਧਕ ਅਤੇ ਚੱਚਾ ਸਵਿੱਚ। ਸਵੈਟਰ ਦੇ ਵਿੱਚ ਸੱਸਾ, ਪੈਰ 'ਚ ਵਾਵਾ, ਸੱਸੇ ਨੂੰ ਦਲਾਵਾਂ, ਟੈਂਕਾ ਅਤੇ ਰਾਰਾ ਸਵੈਟਰ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਵੇਂ ਸਵਸਥ, ਸਵੱਛ, ਸਵੈ, ਸਵਿੱਚ, ਸਵਾਸ, ਸਵੈਟਰ, ਸਵਾਧੀਨ, ਸਵੈ ਜੀਵਨੀ, ਸਵਰਗ, ਸਵਰਗ, ਸਵੀਕਾਰ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜੋ ਸ਼ਬਦ ਹਨ ਉਹ ਤੁਸੀਂ ਆਮ ਜੀਵਨ 'ਚੋਂ, ਕਿਤਾਬਾਂ 'ਚੋਂ ਜਾਂ ਅਖਬਾਰ ਦੇ ਵਿੱਚੋਂ ਲੱਭ ਸਕਦੇ ਹੋ। ਸੋ ਇਹ ਹੈ ਦੁੱਤ ਅੱਖਰ ਅਤੇ ਉਹਨਾਂ ਦੀ ਵਰਤੋਂ। 3 ਦੁੱਤ ਅੱਖਰ ਜੋ ਹਾਹਾ, ਰਾਰਾ ਅਤੇ ਵਾਵਾ, ਅਸੀਂ ਉਹਨਾਂ ਨੂੰ ਸਮਝਿਆ ਕਿ ਉਹਨਾਂ ਦਾ ਸਰੂਪ ਕੀ ਹੁੰਦਾ ਹੈ, ਅੱਖਰ ਦੇ ਥੱਲੇ ਕਿਸ ਤਰ੍ਹਾਂ ਪੈਂਦੇ ਹਨ ਅਤੇ ਕਿਸ ਕਿਸਮ ਦੇ ਸ਼ਬਦ ਬਣਦੇ ਹਨ ਅਤੇ ਪੈਰ 'ਚ ਸ਼ਬਦ ਇਹ ਦੁੱਤ ਅੱਖਰ ਪੈਣ ਦੇ ਨਾਲ ਜਦੋਂ ਸ਼ਬਦ ਬਣਦਾ ਹੈ ਤਾਂ ਅਰਥਾਂ 'ਚ ਕਿਵੇਂ ਫਰਕ ਪੈਂਦਾ ਹੈ।